ਮੈਂ ਹਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, GGD SD ਕਾਲਜ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਤੁਹਾਡੇ ਨਾਲ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਏਕੇ ਦੀ ਬਰਕਤ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਸ ਕਵਿਤਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ BCA ਸਮੈਸਟਰ ਤੀਸਰੇ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਵਿਤਾ ਇਸ ਤਰ੍ਹਾਂ ਹੈ। ਉੱਚੀ ਸ਼ਾਨ ਵਾਲੇ ਹਿੰਦੁਸਤਾਨ ਵਾਲੇ, ਲਾ ਕੇ ਜੱਗ ਨੂੰ ਜਾਗ ਜਗਾਉਣ ਵਾਲੇ, ਵੈਦਿਕ ਫਲਸਫੇ ਦੀ ਗੀਤਾ ਵਾਚ ਕੇ ਤੇ ਧਰਮ ਕਰਮ ਦਾ ਮਰਮ ਸਮਝਾਉਣ ਵਾਲੇ, ਰਾਮ ਕ੍ਰਿਸ਼ਨ ਦਾ ਚਾੜ ਕੇ ਚੰਦ ਸੂਰਜ, ਭਾਰਤ ਵਰਸ਼ ਦਾ ਅਰਸ਼ ਚਮਕਾਉਣ ਵਾਲੇ, ਅਕਲ ਇਲਮ ਬਹਾਦਰੀ ਮਾਲਦਾਰੀ, ਨੇਕੀ ਪ੍ਰੇਮ ਦਾ ਬਾਗ ਮਹਿਕਾਉਣ ਵਾਲੇ, ਮੱਤਾਂ ਸਾਰੇ ਜਹਾਨ ਨੂੰ ਦੇਣ ਵਾਲੇ, ਚੀਣਾ ਆਪਣਾ ਅੱਜ ਖਿਲਾਰ ਬੈਠੇ। ਚੀਣਾ ਖਿਲਾਰਨਾ ਹੁੰਦਾ ਝਗੜਾ ਫਸਾਦ ਕਰਨਾ। ਦੇ ਕੇ ਨਿਉਤਾ ਜੱਗ ਨੂੰ ਏਕਤਾ ਦਾ, ਕੰਧ ਆਪਣੇ ਵਿੱਚ ਉਸਾਰ ਬੈਠੇ। ਇਸ ਵਿੱਚ ਹੈ ਕਿ ਸਾਡੇ ਦੇਸ਼ ਅੰਦਰ ਧਰਮ ਅਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਅਤੇ ਵਿਤਕਰੇ ਮਿਲਦੇ ਹਨ। ਇਸ ਨਾਲ ਕਈ ਵਾਰ ਵੱਡੇ ਵੱਡੇ ਨੁਕਸਾਨ ਤੇ ਦੁਖਾਂਤ ਵਾਪਰ ਜਾਂਦੇ ਹਨ। ਇਸ ਲਈ ਕਵੀ ਨੇ ਇਸ ਕਵਿਤਾ ਵਿੱਚ ਮੁਲਕ ਦੀ ਸ਼ਾਨ ਅਤੇ ਉੱਚਤਾ ਦਰਸਾ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਇੱਕੋ ਅੱਖ ਦੇ ਲਾਲ ਕਿਹਾ ਹੈ ਅਤੇ ਉਹਨਾਂ ਨੂੰ ਏਕਤਾ ਨਾਲ ਰਹਿਣ ਦੀ ਸਿੱਖਿਆ ਦਿੱਤੀ ਹੈ। ਇਸ ਦੇ ਨਾਲ ਹੀ ਏਕੇ ਦੀਆਂ ਖੁਸ਼ੀਆਂ ਦਾ ਵਰਣਨ ਵੀ ਕੀਤਾ ਹੈ। ਕਵੀ ਹਿੰਦ ਵਾਸੀਆਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਉੱਚੀ ਸ਼ਾਨ ਵਾਲੇ ਹਨ ਤੇ ਉਹ ਦੁਨੀਆ ਨੂੰ ਜਾਗਰਤੀ ਵੰਡਦੇ ਹਨ। ਉਹ ਵੈਦਿਕ ਫਲਸਫੇ ਅਤੇ ਗੀਤਾ ਦਾ ਅਧਿਐਨ ਕਰਕੇ ਦੁਨੀਆ ਨੂੰ ਧਰਮ ਕਰਮ ਸਿਖਾਉਣ ਲਈ ਯਤਨਸ਼ੀਲ ਹੁੰਦੇ ਹਨ। ਉਹ ਰਾਮ ਕ੍ਰਿਸ਼ਨ ਦੇ ਰੂਪ ਵਾਲੇ ਚੰਦ ਸੂਰਜ ਅਸਮਾਨੀ ਚੜ੍ਹਾ ਕੇ ਭਾਰਤ ਵਰਸ਼ ਨੂੰ ਚਮਕਾਉਣ ਵਾਲੇ ਹਨ। ਉਹ ਦੁਨੀਆ ਵਿੱਚ ਅਕਲ, ਇਲਮ, ਬਹਾਦਰੀ, ਮਾਲਦਾਰੀ, ਨੇਕੀ ਤੇ ਪ੍ਰੇਮ ਦਾ ਬਾਗ ਮਹਿਕਾਉਣ ਵਾਲੇ ਹਨ। ਉਹ ਸਾਰੀ ਦੁਨੀਆ ਨੂੰ ਅਕਲ ਸਿਖਾਉਣ ਵਾਲੇ ਹਨ, ਪਰ ਉਹਨਾਂ ਨੇ ਆਪਣਾ ਕੰਮ ਵਿਗਾੜ ਲਿਆ ਹੈ। ਉਹਨਾਂ ਨੇ ਆਪਣੀ ਧਾਰਮਿਕ ਫਿਲਾਸਫੀ ਦੇ ਅੰਤਰਗਤ ਦੁਨੀਆ ਨੂੰ ਏਕਤਾ ਦਾ ਸੱਦਾ ਦਿੱਤਾ ਹੈ, ਪਰ ਆਪਣੇ ਦੇਸ਼ ਅੰਦਰ ਆਪਣੇ ਮਨਾਂ ਵਿੱਚ ਵਿਤਕਰੇ ਦੀਆਂ ਕੰਧਾਂ ਉਸਾਰ ਲਈਆਂ ਹਨ। ਨੈਕਸਟ ਹੈ। ਕਾਹਨੂੰ ਹੀਰਿਓ ਪਾਟ ਦੇ ਤਿੜਕਦੇ ਹੋ, ਏਕੇ ਜਿਹੇ ਰਸੈਣ ਤਾਂ ਕੋਈ ਵੀ ਨਹੀਂ। ਇੱਕ ਮੁੱਠ ਹੋ ਕੇ ਜੇਕਰ ਉਗਰੇ ਨਾ, ਮਿਣਨੀ ਕਿਸੇ ਦਰਗਾਹ ਵਿੱਚ ਢੋਈ ਵੀ ਨਹੀਂ। ਚੌਂਕੇ ਚਾੜਨਾ ਤੁਸਾਂ ਸੰਸਾਰ ਨੂੰ ਕੀ, ਸ਼ੁੱਧੀ ਆਪਣੇ ਦਿਲਾਂ ਦੀ ਹੋਈ ਵੀ ਨਹੀਂ। ਹਿੱਕ ਨਾਲ ਕੀ ਲਾਓਗੇ ਹੋਰਨਾਂ ਨੂੰ, ਮਾਲਾ ਪ੍ਰੇਮ ਦੀ ਅਜੇ ਪਰੋਈ ਵੀ ਨਹੀਂ। ਚਾਨਣ ਜੱਗ ਨੂੰ ਦੇਣ ਤਾਂ ਨਿਕਲੇ ਹੋ, ਦੀਵਾ ਬੂਹੇ ਤੇ ਜਰਾ ਜਗਾ ਲਿਓ ਜੇ। ਪਹਿਲਾਂ ਆਪਣੇ ਵੱਟ ਤਾਂ ਕਰੋ ਸਿੱਧੇ, ਵਿਛੜ ਗਿਆਂ ਦੇ ਵਹਿਣ ਵੀ ਪਾ ਲਿਓ ਜੇ। ਕਵੀ ਹਿੰਦ ਵਾਸੀਆਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਆਪਸ ਵਿੱਚ ਕਿਉਂ ਪਾਟਦੇ ਤੇ ਬੇੜੀਆਂ ਪਾ ਰਹੇ ਹਨ। ਉਹ ਇਹ ਨਹੀਂ ਸਮਝ ਰਹੇ ਕਿ ਏਕਤਾ ਵਰਗੀ ਕੋਈ ਦਵਾਈ ਨਹੀਂ ਜਿਹੜੀ ਹਰ ਬਿਮਾਰੀ ਦਾ ਇਲਾਜ ਹੈ। ਜੇਕਰ ਉਹ ਇਕਮੁੱਠ ਹੋ ਕੇ ਅੱਗੇ ਨਾ ਵਧੇ ਤਾਂ ਉਹਨਾਂ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਟਿਕਾਣਾ ਨਹੀਂ ਮਿਲੇਗਾ। ਉਹਨਾਂ ਨੇ ਇਸ ਹਾਲਤ ਵਿੱਚ ਸੰਸਾਰ ਨੂੰ ਚੰਗਿਆਈ ਵਾਲੇ ਪਾਸੇ ਕਿਵੇਂ ਲਗਾਉਣਾ ਹੈ। ਉਹਨਾਂ ਦੇ ਆਪਣੇ ਮਨ ਤਾਂ ਸ਼ਾਂਤ ਨਹੀਂ, ਅਰਥਾਤ ਉਹ ਵਿਤਕਰਿਆਂ ਦੇ ਸ਼ਿਕਾਰ ਹਨ। ਉਹ ਦੂਸਰਿਆਂ ਨੂੰ ਹਿੱਕ ਨਾਲ ਲਾ ਕੇ ਪਿਆਰ ਕਰਨ ਦੀ ਸਮਰੱਥਾ ਨਹੀਂ ਰੱਖਦੇ,
ਕਿਉਂਕਿ ਉਹਨਾਂ ਨੇ ਖੁਦ ਅਜੇ ਪ੍ਰੇਮ ਦੀ ਮਾਲਾ ਨਹੀਂ ਪਰੋਈ। ਉਹ ਦੁਨੀਆ ਨੂੰ ਚਾਨਣ ਵੰਡਣ ਲਈ ਤਾਂ ਨਿਕਲ ਪਏ ਹਨ, ਪਰ ਪਹਿਲਾਂ ਆਪਣੇ ਬੂਹੇ ਅੱਗੇ ਦੀਵਾ ਜ਼ਰੂਰ ਜਗਾ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉਹਨਾਂ ਨੂੰ ਆਪਸੀ ਵਿਤਕਰਿਆਂ ਨੂੰ ਦੂਰ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਵਿਛੜ ਗਿਆਂ ਨੂੰ ਰੋਣਾ ਚਾਹੀਦਾ ਹੈ। ਅੱਗੇ ਹੈ, ਇੱਕ ਦੇਸ਼ ਤੇ ਇੱਕੋ ਉਦੇਸ਼ ਸਾਡਾ, ਇੱਕੋ ਵੇਸ ਇੱਕੋ ਰੂਪ ਰੰਗ ਸਾਡਾ, ਇੱਕੋ ਫਲਸਫਾ ਇੱਕ ਤਹਿਜੀਬ ਸਾਡੀ, ਮੰਜੀ ਵਾਂਗ ਉਣਿਆ ਅੰਗ ਅੰਗ ਸਾਡਾ, ਧੀਆਂ ਬੇਟੀਆਂ ਦੇ ਸਾਕ ਸਹਿਣ ਸਾਂਝੇ ਮਿਲਿਆ ਬਾਂਝ ਨਾ ਲੰਘਦਾ ਡੰਗ ਸਾਡਾ, ਸਾਡੀ ਕੁੱਖ ਸਾਂਝੀ ਸਾਡੀ ਮੜੀ ਸਾਂਝੀ, ਵਿਆਹ ਢੰਗ ਸਾਂਝਾ ਪੜਦਾ ਲੰਘ ਸਾਡਾ, ਇੱਕੋ ਰੁੱਖ ਤੇ ਟਾਹਣ ਹੋ ਤੁਸੀਂ ਤਿੰਨੇ, ਲੱਖ ਵੱਖਰਾ ਵੱਖਰਾ ਨਾ ਹੋਵੇ, ਰਲ ਕੇ ਬੈਠਿਆਂ ਆਪ ਵੀ ਸੁਖੀ ਵਸੋ, ਨਾਲੇ ਹੱਕ ਹਮਸਾਏ ਨੂੰ ਛਾਂ ਹੋਵੇ। ਕਵੀ ਹਿੰਦ ਵਾਸੀਆਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਸਾਰੇ ਭਾਰਤ ਵਾਸੀਆਂ ਦਾ ਇੱਕ ਦੇਸ਼ ਹੈ ਤੇ ਇੱਕ ਉਦੇਸ਼ ਹੈ। ਇਸ ਦੇ ਨਾਲ ਹੀ ਇੱਕੋ ਪਹਿਰਾਵਾ ਤੇ ਇੱਕੋ ਰੂਪ ਰੰਗ ਹੈ। ਉਹਨਾਂ ਦਾ ਸਾਰਾ ਕੁਝ ਮੰਜੀ ਦੇ ਬਾਣ ਵਾਂਗ ਬੁਣਿਆ ਹੋਇਆ ਹੈ। ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਨ। ਇਸੇ ਕਰਕੇ ਉਹ ਆਪਸ ਵਿੱਚ ਮਿਲਣ ਤੋਂ ਬਗੈਰ ਨਹੀਂ ਰਹਿ ਸਕਦੇ। ਉਹਨਾਂ ਦਾ ਜੰਮਣ ਮਰਨ, ਵਿਆਹ ਦੀਆਂ ਰਸਮਾਂ, ਪਰਦਾ ਤੇ ਨੰਗਾਪਨ ਸਾਂਝਾ ਹੈ। ਉਹ ਤਿੰਨੇ ਹਿੰਦੂ ਸਿੱਖ ਤੇ ਮੁਸਲਮਾਨ ਇੱਕੋ ਰੁੱਖ ਦੇ ਟਾਹਣੇ ਹਨ। ਭਾਵੇਂ ਲੱਖ ਵਾਰੀ ਉਹਨਾਂ ਦਾ ਨਾਂ ਵੱਖਰਾ ਵੱਖਰਾ ਹੋਵੇ, ਜੇਕਰ ਉਹ ਰਲ ਕੇ ਰਹਿਣਗੇ ਤਾਂ ਜ਼ਰੂਰ ਸੁੱਖ ਸ਼ਾਂਤੀ ਨਾਲ ਸਮਾਂ ਬਿਤਾਉਣਗੇ ਅਤੇ ਉਸ ਨਾਲ ਦੂਸਰਿਆਂ ਨੂੰ ਵੀ ਸੁੱਖ ਦੀ ਛਾਂ ਮਿਲੇਗੀ। ਨੈਕਸਟ ਹੈ, ਮੂੰਹੋਂ ਕੌੜੀਆਂ ਫਿੱਕੀਆਂ ਕੱਢ ਕੇ ਤੇ ਕਾਹਨੂੰ ਨਵਾਂ ਤੋਂ ਮਾਸ ਨਿਖੇੜਦੇ ਹੋ, ਦੱਬੇ ਹੋਏ ਮੁਰਦਾਰ ਉਖੇੜ ਕਾਹਨੂੰ ਹੱਥ ਲਹੂ ਦੇ ਨਾਲ ਲਬੇੜਦੇ ਹੋ, ਰਾਈ ਲੱਭ ਪਹਾੜ ਬਣਾ ਸੁੱਟੋ, ਕਿਉਂ ਨਕਾਰੀਆਂ ਰਿਕਤਾਂ ਛੇੜਦੇ ਹੋ। ਇੱਕ ਜਮਾਤ ਹੁੰਦੀ ਕਰਾਮਾਤ ਭਾਰੀ, ਤੋਪੇ ਪ੍ਰੇਮ ਦੇ ਕਾਹਨੂੰ ਉਧੇੜਦੇ ਹੋ, ਆਓ ਇੱਕ ਝੰਡੇ ਹੇਠਾਂ ਜਮ੍ਹਾਂ ਹੋ ਕੇ ਬੂਟਾ ਫੁੱਟਦਾ ਜੜ੍ਹਾਂ ਤੋਂ ਪੱਟ ਲਈਏ, ਸਾਂਝਾ ਚਾਤਰਿਕ ਜ਼ੋਰ ਲਗਾਈ ਕੇ ਤੇ ਹਿੰਦੁਸਤਾਨ ਦੀਆਂ ਬੇੜੀਆਂ ਕੱਟ ਲਈਏ। ਕਵੀ ਭਾਰਤ ਵਾਸੀਆਂ ਨੂੰ ਏਕੇ ਦਾ ਸੰਦੇਸ਼ ਦਿੰਦਾ ਕਹਿੰਦਾ ਹੈ ਕਿ ਉਹ ਇੱਕ ਦੂਜੇ ਨੂੰ ਬੁਰਾ ਭਲਾ ਕਹਿ ਕੇ ਨਹੁੰਆਂ ਤੋਂ ਮਾਸ ਵੱਖ ਕਰਨ ਦਾ ਯਤਨ ਕਿਉਂ ਕਰ ਰਹੇ ਹਨ। ਉਹ ਦੱਬੇ ਹੋਏ ਮੁਰਦਿਆਂ ਨੂੰ ਉਖਾੜ ਕੇ ਅਰਥਾਤ ਪਿਛਲੀਆਂ ਗੱਲਾਂ ਫੋਲ ਕੇ ਲਹੂ ਨਾਲ ਹੱਥ ਕਿਉਂ ਲਬੇੜ ਰਹੇ ਹਨ, ਅਰਥਾਤ ਆਪਸ ਵਿੱਚ ਕਿਉਂ ਝਗੜੇ ਕਰ ਰਹੇ ਹਨ। ਉਹਨਾਂ ਨੇ ਛੋਟੀਆਂ ਗੱਲਾਂ ਨੂੰ ਵਧਾ ਕੇ ਇੰਜ ਕਰ ਲਿਆ ਹੈ ਜਿਵੇਂ ਰਾਈ ਦਾ ਪਹਾੜ ਬਣਾ ਦਿੱਤਾ ਜਾਵੇ। ਅਜਿਹਾ ਕਰਕੇ ਉਹ ਨਕਾਰੇ ਝਗੜੇ ਮੁੜ ਕੇ ਸ਼ੁਰੂ ਕਰ ਰਹੇ ਹਨ। ਉਹਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਏਕਤਾ ਵਿੱਚ ਬਹੁਤ ਵੱਡੀ ਕਰਾਮਾਤ ਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਪਿਆਰ ਦੇ ਤਪੋ ਨਹੀਂ ਉਧੇੜਨੇ ਚਾਹੀਦੇ। ਇਸ ਦੇ ਉਲਟ ਉਹਨਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋ ਕੇ ਫੁੱਟ ਦੇ ਬੂਟੇ ਨੂੰ ਜੜ੍ਹਾਂ ਤੋਂ ਉਖਾੜ ਦੇਣਾ ਚਾਹੀਦਾ ਹੈ। ਇੰਜ ਸਾਰੇ ਇਕੱਠੇ ਹੋ ਕੇ ਸਾਂਝਾ ਜ਼ੋਰ ਲਾ ਕੇ ਹਿੰਦੁਸਤਾਨ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਕੱਟ ਦੇਣ ਦੇ ਸਮਰੱਥ ਹੋ ਜਾਣਗੇ। ਧੰਨਵਾਦ।